ਅੱਜ ਅਸੀਂ ਗੱਲ ਕਰਾਂਗੇ ਇੰਡੀਅਨ ਐਵੀਡੈਂਸ ਐਕਟ 1872 ਦੇ ਸੈਕਸ਼ਨ ਨੰਬਰ 93 ਤੋਂ ਲੈ ਕੇ ਸੈਕਸ਼ਨ ਨੰਬਰ 100 ਤੱਕ ਦੇ ਸੈਕਸ਼ਨਸ ਦੀ ਡਿਸਕਸ਼ਨ। ਤੇ ਇਸ ਡਿਸਕਸ਼ਨ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸੈਕਸ਼ਨ ਨੰਬਰ 93 ਤੋਂ ਲੈ ਕੇ 98 ਆਰ ਵੈਰੀ ਇੰਪੋਰਟੈਂਟ, ਕਿਉਂਕਿ ਇਹਨਾਂ ਦੇ ਵਿੱਚ ਅਸੀਂ ਡਿਸਕਸ਼ਨ ਕਰਾਂਗੇ ਕਿ ਕਦੋਂ ਔਰਲ ਐਵੀਡੈਂਸ ਦਿੱਤਾ ਜਾ ਸਕਦਾ ਹੈ ਕਿਸੇ ਡਾਕੂਮੈਂਟ ਦੀ ਐਂਬੀਗੁਇਟੀ ਨੂੰ ਦੂਰ ਕਰਨ ਦੇ ਲਈ, ਤੇ ਕਦੋਂ ਔਰਲ ਐਵੀਡੈਂਸ ਅਲਾਉਡ ਨਹੀਂ ਹੋਏਗਾ ਕਿਸੇ ਡਾਕੂਮੈਂਟ ਦੀ ਐਂਬੀਗੁਇਟੀ ਨੂੰ ਦੂਰ ਕਰਨ ਦੇ ਲਈ। तो फिर डॉक्यूमेंट की एम्बीग्यूटी ਨੂੰ ਅਸੀਂ ਦੋ ਕੈਟਾਗਰੀਜ਼ ਦੇ ਵਿੱਚ ਵੰਡਾਂਗੇ ਫॉर द ਪਰਪਸ ਆਫ ਪ੍ਰੋਪਰ ਅੰਡਰਸਟੈਂਡਿੰਗ। तो ਡਾਕੂਮੈਂਟ ਦੇ ਵਿੱਚ ਐਂਬੀਗੁਇਟੀ ਦੋ ਤਰ੍ਹਾਂ ਦੀ ਹੋ ਸਕਦੀ ਹੈ। ਪਹਿਲੀ ਐਂਬੀਗੁਇਟੀ ਉਹ ਐਂਬੀਗੁਇਟੀ ਜੋ ਕਿ ਡਾਕੂਮੈਂਟ ਨੂੰ ਪੜ੍ਹਦੇ ਆ ਨਾਲ ਹੀ ਆਪਾਂ ਨੂੰ ਪਤਾ ਲੱਗ ਜਾਂਦੀ ਆ ਕਿ ਡਾਕੂਮੈਂਟ ਦਾ ਮੀਨਿੰਗ ਕਲੀਅਰ ਨਹੀਂ ਹੈਗਾ। ਜਦੋਂ ਡਾਕੂਮੈਂਟ ਨੂੰ ਪੜ੍ਹਦਿਆਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਏ ਕਿ ਡਾਕੂਮੈਂਟ ਦੀ ਲੈਂਗੁਏਜ ਕਲੀਅਰ ਨਹੀਂ ਹੈਗੀ, ਡਾਕੂਮੈਂਟ ਦੀ ਲੈਂਗੁਏਜ ਅਨਸਰਟਨ ਹੈਗੀ ਆ, ਤਾਂ ਇਸ ਤਰ੍ਹਾਂ ਦੀ ਐਂਬੀਗੁਇਟੀ ਨੂੰ ਪੇਟੈਂਟ ਐਂਬੀਗੁਇਟੀ ਕਹਿੰਦੇ ਆ। ਤਾਂ ਪੇਟੈਂਟ ਐਂਬੀਗੁਇਟੀ ਨੂੰ ਦੂਰ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਔਰਲ ਐਵੀਡੈਂਸ ਨਹੀਂ ਦਿੱਤੀ ਜਾ ਸਕਦੀ। ਤਾਂ ਪੇਟੈਂਟ ਐਂਬੀਗੁਇਟੀ ਦੇ ਵਿੱਚ ਔਰਲ ਐਵੀਡੈਂਸ ਇਸ ਕਰਕੇ ਐਕਸਕਲੂਡ ਹੁੰਦਾ ਏ ਕਿਉਂਕਿ ਇਹ ਗੱਲ ਮੰਨੀ ਜਾਂਦੀ ਆ ਕਿ ਅਗਰ ਕਿਸੇ ਡਾਕੂਮੈਂਟ ਦੀ ਲੈਂਗੁਏਜ ਹੀ ਕਲੀਅਰ ਨਹੀਂ ਹੈਗੀ, ਇਹਦਾ ਮਤਲਬ ਉਹ ਡਾਕੂਮੈਂਟ ਇੱਕ ਯੂਸਲੈਸ ਡਾਕੂਮੈਂਟ ਹੈਗੀ ਆ, ਜਿਹਦੀ ਕੋਈ ਮਾਨਤਾ ਇਨ ਦੀ ਆਈਸ ਆਫ ਲਾਅ ਨਹੀਂ ਹੈਗੀ। ਜਦਕਿ ਦੂਸਰੀ ਤਰ੍ਹਾਂ ਦੀ ਐਂਬੀਗੁਇਟੀ ਹੁੰਦੀ ਆ ਲੇਟੈਂਟ ਐਂਬੀਗੁਇਟੀ। ਤਾਂ ਲੇਟੈਂਟ ਐਂਬੀਗੁਇਟੀ ਦੇ ਵਿੱਚ ਕੀ ਆ ਕਿ ਡਾਕੂਮੈਂਟ ਦੇ ਵਿੱਚ ਜੋ ਭਾਸ਼ਾ ਵਰਤੀ ਗਈ ਆ, ਡਾਕੂਮੈਂਟ ਦੇ ਵਿੱਚ ਲੈਂਗੁਏਜ ਜੋ ਵਰਤੀ ਗਈ ਆ, ਉਹ ਤੇ ਮੀਨਿੰਗਫੁਲ ਹੈਗੀ ਆ, ਉਹ ਤੇ ਸਰਟਨ ਹੈਗੀ ਆ। ਪਰ ਜੋ ਲੈਂਗੁਏਜ ਆਫ ਦੀ ਡਾਕੂਮੈਂਟ ਆ ਪ੍ਰੈਜ਼ੈਂਟ ਸਰਕਮਸਟੈਂਸਿਸ ਦੇ ਉੱਤੇ ਸਹੀ ਤਰੀਕੇ ਨਾਲ ਅਪਲਾਈ ਨਹੀਂ ਹੋ ਪਾ ਰਹੀ। तो कहने का मतलब किस तरीके ਦੇ ਨਾਲ ਉਸ ਲੈਂਗੁਏਜ ਨੂੰ ਪ੍ਰੈਜ਼ੈਂਟ ਸਰਕਮਸਟੈਂਸਿਸ ਦੇ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ, ਉਹਦੇ ਲਈ ਔਰਲ ਐਵੀਡੈਂਸ ਦਿੱਤੀ ਜਾ ਸਕਦੀ ਹੈ। ਉਹਦੇ ਲਈ ਔਰਲ ਐਵੀਡੈਂਸ ਦਿੱਤੀ ਜਾ ਸਕਦੀ ਆ। तो ਪੇਟੈਂਟ ਐਂਬੀਗੁਇਟੀ ਲੇਟੈਂਟ ਐਂਬੀਗੁਇਟੀ ਦਾ ਜੋ ਪ੍ਰਿੰਸੀਪਲ ਆ ਉਹ ਇਸ ਰੂਲ ਦੇ ਉੱਤੇ ਆਧਾਰਿਤ ਹੈਗਾ ਏ ਕਿ ਅਗਰ ਲੈਂਗੁਏਜ ਕਿਸੇ ਡਾਕੂਮੈਂਟ ਦੀ ਕਲੀਅਰ ਆ ਪਰ ਉਹ ਪ੍ਰੈਜ਼ੈਂਟ ਸਰਕਮਸਟੈਂਸਿਸ ਦੇ ਉੱਤੇ ਅਪਲਾਈ ਨਹੀਂ ਹੋ ਪਾ ਰਹੀ, तो ਇਹਦਾ ਮਤਲਬ ਇਹ ਨਹੀਂ ਕਿ ਡਾਕੂਮੈਂਟ ਯੂਸਲੈਸ ਹੋ ਜਾਂਦਾ ਹੈ। ਡਾਕੂਮੈਂਟ ਹਮੇਸ਼ਾ ਲੀਗਲ ਹੀ ਰਹੇਗਾ, ਬਸ ਲੋੜ ਕੀ ਹੈਗੀ ਆ ਉਸ ਚੀਜ਼ ਨੂੰ ਸਪਸ਼ਟੀਕਰਨ ਕਰਨ ਦੀ। तो ਉਹਦਾ ਸਪਸ਼ਟੀਕਰਨ ਕਿਸ ਤਰੀਕੇ ਨਾਲ ਦਿੱਤਾ ਜਾ ਸਕਦਾ ਹੈ? ਔਰਲ ਐਵੀਡੈਂਸ ਦੇ ਨਾਲ ਦਿੱਤਾ ਜਾ ਸਕਦਾ ਹੈ। तो आओ जी ਹੁਣ ਆਪਾਂ ਸੈਕਸ਼ਨ ਨੰਬਰ 93 ਤੋਂ ਪੜ੍ਹਦੇ ਹਾਂ ਕਿ ਕਿੱਥੇ ਅਸੀਂ ਪੇਟੈਂਟ ਐਂਬੀਗੁਇਟੀ ਦੇ ਬਾਰੇ ਪੜਾਂਗੇ ਤੇ ਕਿੱਥੇ ਅਸੀਂ ਲੇਟੈਂਟ ਐਂਬੀਗੁਇਟੀ ਦੇ ਬਾਰੇ ਪੜਾਂਗੇ। तो सेक्शन नंबर 93 की कह रहा है एक्सक्लूजन ऑफ एविडेंस कि उस सारे एविडेंस ਨੂੰ ਅਸੀਂ ਐਕਸਕਲੂਡ ਕਰ ਦੇਣਾ ਹੈ, ਮਤਲਬ ਐਵੀਡੈਂਸ ਨਹੀਂ ਦੇ ਸਕਦੇ ਜਦੋਂ ਕਿਸੇ ਡਾਕੂਮੈਂਟ ਦੀ ਐਂਬੀਗੁਅਸੀ ਨੂੰ ਖਤਮ ਕਰਨ ਦੇ ਲਈ ਕੋਈ ਐਵੀਡੈਂਸ ਦਿੱਤਾ ਜਾ ਰਿਹਾ ਹੈ। एक्सक्लूजन ऑफ एविडेंस टू एक्सप्लेन और amend ambiguous document। तो की लिखा है जी, when the language used in a document, ਜਦੋਂ ਕਿਸੇ ਡਾਕੂਮੈਂਟ ਦੇ ਵਿੱਚ ਜੋ ਭਾਸ਼ਾ ਵਰਤੀ ਗਈ ਆ, ਲੈਂਗੁਏਜ ਵਰਤੀ ਗਈ ਆ, ਔਨ ਇਟਸ ਫੇਸ, ਇਹ ਗੱਲ ਬੜੀ ਇੰਪੋਰਟੈਂਟ ਆ ਕਿ ਡਾਕੂਮੈਂਟ ਦੇ ਵਿੱਚ ਜੋ ਭਾਸ਼ਾ ਵਰਤੀ ਗਈ ਆ ਉਸ ਭਾਸ਼ਾ ਦੇ ਫੇਸ ਤੋਂ ਹੀ ਪਤਾ ਲੱਗਦਾ ਏ ਕਿ ਇਹ ਜੋ ਭਾਸ਼ਾ ਵਾ ਉਹ ਐਂਬੀਗੁਅਸ ਭਾਸ਼ਾ ਹੈਗੀ ਆ, ਇਹ ਡਿਫੈਕਟਿਵ ਭਾਸ਼ਾ ਹੈਗੀ ਆ। ਦੈਨ ਉਸ ਡਾਕੂਮੈਂਟ ਨੂੰ ਐਕਸਪਲੇਨ ਕਰਨ ਦੇ ਲਈ ਕਿਸੇ ਤਰ੍ਹਾਂ ਦੀ ਐਵੀਡੈਂਸ ਨਹੀਂ ਦਿੱਤੀ ਜਾ ਸਕਦੀ। ਐਵੀਡੈਂਸ may not be given of fact which would show its meaning or supply its defect। ਤੇ ਉਸ ਟਾਈਮ ਦੇ ਉੱਤੇ ਨਾ ਔਰਲ ਐਵੀਡੈਂਸ ਤੇ ਨਾ ਡਾਕੂਮੈਂਟਰੀ ਐਵੀਡੈਂਸ ਦਿੱਤੀ ਜਾ ਸਕਦੀ ਹੈ। ਮਤਲਬ ਐਵੀਡੈਂਸ ਔਰਲ ਵੀ ਐਕਸਕਲੂਡਿਡ ਆ, ਡਾਕੂਮੈਂਟਰੀ ਐਵੀਡੈਂਸ ਵੀ ਐਕਸਕਲੂਡਿਡ ਆ। ਉਸ ਐਂਬੀਗੁਅਸ ਡਾਕੂਮੈਂਟ ਨੂੰ ਕਲੀਅਰ ਕਰਨ ਦੇ ਲਈ ਤੁਸੀਂ ਐਵੀਡੈਂਸ ਨਹੀਂ ਦੇ ਸਕਦੇ ਤੇ ਜਾਂ ਉਸ ਡਿਫੈਕਟ ਨੂੰ ਖਤਮ ਕਰਨ ਦੇ ਲਈ ਕੋਈ ਐਵੀਡੈਂਸ ਤੁਸੀਂ ਨਹੀਂ ਦੇ ਸਕਦੇ। तो सेक्शन 93 ਦੀ ਇੱਕ ਵਾਰ ਮੈਂ ਬੇਅਰ ਲੈਂਗੁਏਜ ਦੁਬਾਰਾ ਪੜ੍ਹ ਦਿੰਦਾ। एक्सक्लूजन ऑफ एविडेंस टू explain or amend ambiguous document। when the language used in a document is on its face ambiguous or defective,
then evidence may not be given of fact which would show its meaning or supply its defect। ਸੈਕਸ਼ਨ ਨੰਬਰ 93 ਨੂੰ ਆਪਾਂ ਦੋ ਇਲਸਟ੍ਰੇਸ਼ਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। तो पहली इलस्ट्रेशन ਦੇ ਵਿੱਚ ਕੀ ਕਿਹਾ ਹੈ, ए ने एग्री ਕੀਤਾ इन राइटिंग, मतलब ए ने एक डॉक्यूमेंट एग्जीक्यूट ਕੀਤਾ ਕਿ ਮੈਂ ਆਪਣਾ ਇੱਕ ਘੋੜਾ B ਨੂੰ ਵੇਚੂੰਗਾ ਜਾਂ 1000 ਰੁਪਏ ਦੇ ਵਿੱਚ ਵੇਚੂੰਗਾ ਜਾਂ 1500 ਰੁਪਏ ਦੇ ਵਿੱਚ ਵੇਚੂੰਗਾ। ਇਹਦਾ ਮਤਲਬ ਜੋ ਡਾਕੂਮੈਂਟ ਇਨ ਰਾਈਟਿੰਗ ਹੈਗਾ ਏ, ਇਹ ਡਾਕੂਮੈਂਟ ਇਨ ਰਾਈਟਿੰਗ ਇੱਕ ਯੂਜ਼ਲੈਸ ਡਾਕੂਮੈਂਟ ਹੈਗਾ ਏ। ਆਹ ਕੀ ਗੱਲ ਹੋਈ, 1000 ਜਾਂ 1500 ਰੁਪਏ ਦੇ ਵਿੱਚ ਵੇਚੂੰਗਾ, ਤੇ ਜੇ ਕੋਈ ਕੱਲ ਇਨ ਫਿਊਚਰ A ਜਾਂ B ਦੇ ਵਿੱਚੋਂ ਕੋਈ ਐਵੀਡੈਂਸ ਦੇਣਾ ਚਾਹੁੰਦਾ ਏ ਕਿ ਉਹਦੇ ਵਿੱਚ ਕਹਿਣ ਦਾ ਮਤਲਬ ਕਿ 1000 ਰੁਪਏ ਜਾਂ 1500 ਰੁਪਏ, ਤਾਂ ਉੱਥੇ ਉਹਦੀ ਐਵੀਡੈਂਸ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਫੇਸ ਤੋਂ ਹੀ ਪਤਾ ਲੱਗਦਾ ਪਿਆ ਏ ਕਿ ਇਹ ਜੋ ਐਂਬੀਗੁਇਟੀ ਹੈਗੀ ਆ, ਇਹ ਪੇਟੈਂਟ ਐਂਬੀਗੁਇਟੀ ਹੈਗੀ ਆ। ਫੇਸ ਤੋਂ ਹੀ ਪਤਾ ਲੱਗਦਾ ਪਿਆ ਏ ਕਿ ਇਹ ਪੇਟੈਂਟ ਐਂਬੀਗੁਇਟੀ ਹੈਗੀ ਆ, ਤੇ ਪੇਟੈਂਟ ਐਂਬੀਗੁਇਟੀ ਨੂੰ ਖਤਮ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਐਵੀਡੈਂਸ ਨਹੀਂ ਦਿੱਤਾ ਜਾ ਸਕਦਾ ਟੂ ਸ਼ੋ that what is the actual price intended to be sold by A to B। तो एक बार मैं रिपीट करवा लेना, A agree in writing to sell a horse to B for rupees 1000 or rupees 1500। Evidence cannot be given to show which price was to be given। तो दूसरी इलस्ट्रेशन देखो, एक ਡੀਡ ਸੀ ਜਿਹਦੇ ਵਿੱਚ ਨੰਬਰ ਆਫ ਬਲੈਂਕਸ ਹੈਗੀਆਂ ਸੀ, ਮਤਲਬ ਖਾਲੀ ਥਾਵਾਂ ਹੈਗੀਆਂ ਸੀ। तो ਖਾਲੀ ਥਾਵਾਂ ਨੂੰ ਭਰਿਆ ਨਹੀਂ ਜਾ ਸਕਦਾ ਬਾਅਦ ਵਿੱਚ। एविडेंस कैन नॉट बी गिवन ऑफ फैक्ट, उन्होंने फैक्ट्स का एविडेंस नहीं दिता जा सकता विच वुड शो हाउ दे वर मेंट टू बी फिल्ड, कि किदां उन्होंने भरना वा। गल लगी समझ। मान लो फॉर एग्जांपल ए ने बी नूं चैक देता, ए ने एक बी नूं चैक देता, वो चैक के उत्ते कितनी अमाउंट भरनी है वो ब्लैंक लिख दिता, तो कल एविडेंस नहीं दी जा सकती इस गल्लां दे उत्ते कि कितनी अमाउंट उत्ते भरनी सी। सो दिस इज समथिंग अबाउट सेक्शन नंबर 93 ऑफ इंडियन एविडेंस एक्ट 1872। मैं रिपीट करवा देना, सेक्शन नंबर 93, एक्सक्लूशन ऑफ एविडेंस टू एक्सप्लेन और अमेंड एम्बिगुअस डॉक्यूमेंट। When the language used in a document is on its face ambiguous or defective, then evidence may not be given of fact which would show its meaning or supply its defect। ਇਹਦਾ ਮਤਲਬ ਸੈਕਸ਼ਨ 93 ਪੇਟੈਂਟ ਐਂਬੀਗੁਇਟੀ ਦੇ ਬਾਰੇ ਡੀਲ ਕਰਦਾ ਹੈ, ਜਦੋਂ ਐਂਬੀਗੁਇਟੀ ਡਾਕੂਮੈਂਟ ਦੇ ਫੇਸ ਤੋਂ ਹੀ ਪਤਾ ਲੱਗਦੀ ਹੈ। ਇਹਦੇ ਵਿੱਚ ਦੋ ਅਸੀਂ ਇਲਸਟ੍ਰੇਸ਼ਨ ਪੜ੍ਹ ਗਿਆ ਕਿ ਜੇ ਪਹਿਲੀ ਇਲਸਟ੍ਰੇਸ਼ਨ ਵਿੱਚ ਪੜਿਆ ਹੀ ਕਿ A ਨੇ ਐਗਰੀ ਕੀਤਾ ਰਾਈਟਿੰਗ ਦੇ ਵਿੱਚ ਟੂ ਸੈਲ ਏ ਹਾਰਸ ਟੂ B ਫॉर रुपीज 1000 और रुपीज 1500। तो एविडेंस कैन नॉट बी गिवन टू शो विच प्राइस कि 1000 रुपया प्राइस हैगा ही या 1500 रुपया प्राइस वाज टू बी गिवन। तो बी इलस्ट्रेशन असी पढ़ी कि एक ਡੀਡ ਸੀ ਜਿਹਦੇ ਵਿੱਚ ਨੰਬਰ ਆਫ ਬਲੈਂਕਸ ਹੈਗੀਆਂ ਸੀ, तो ਬਲੈਂਕਸ ਦੇ ਰਿਗਾਰਡਿੰਗ ਦੀ ਕੋਈ ਐਵੀਡੈਂਸ ਨਹੀਂ ਦਿੱਤਾ ਜਾ ਸਕਦਾ ਉਹਨਾਂ ਫੈਕਟਸ ਦਾ which would show how they were meant to be filled। So this is something about section number 93। ਸੈਕਸ਼ਨ ਨੰਬਰ 94 ਤੋਂ ਦੇ ਵਿੱਚ ਸਿੰਪਲ ਗੱਲ ਕਰ ਦਿੱਤੀ ਗਈ ਆ ਕਿ ਜਦੋਂ ਡਾਕੂਮੈਂਟ ਨੂੰ ਪੜ੍ਹਨ ਦੇ ਉੱਤੇ ਪਤਾ ਲੱਗਦਾ ਵਾ ਕਿ ਇਹ ਡਾਕੂਮੈਂਟ ਦਾ ਮਤਲਬ ਕੀ ਆ, ਕਹਿਣ ਦਾ ਮਤਲਬ ਡਾਕੂਮੈਂਟ ਦੀ ਲੈਂਗੁਏਜ ਪਲੇਨ ਹੈਗੀ ਆ, ਡਾਕੂਮੈਂਟ ਡਿਫੈਕਟਿਵ ਨਹੀਂ ਹੈਗਾ, ਤੇ ਉਹ ਡਾਕੂਮੈਂਟ ਐਗਜ਼ਿਸਟਿੰਗ ਫੈਕਟ ਦੇ ਉੱਤੇ ਵੀ ਅਪਲਾਈ ਹੁੰਦਾ। ਕਹਿਣ ਦਾ ਮਤਲਬ ਇਹ ਆ ਕਿ ਅਗਰ ਕਿਸੇ ਡਾਕੂਮੈਂਟ ਦੇ ਵਿੱਚ ਨਾ ਤਾਂ ਪੇਟੈਂਟ ਐਂਬੀਗੁਇਟੀ ਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਲੇਟੈਂਟ ਐਂਬੀਗੁਇਟੀ ਆ, तो ਲੇਟੈਂਟ ਐਂਬੀਗੁਇਟੀ ਕੀ ਹੁੰਦੀ ਆ, ਜਦੋਂ ਡਾਕੂਮੈਂਟ ਦੀ ਲੈਂਗੁਏਜ ਤਾਂ ਕਲੀਅਰ ਆ ਪਰ ਐਗਜ਼ਿਸਟਿੰਗ ਫੈਕਟ ਦੇ ਉੱਤੇ ਉਹ ਡਾਕੂਮੈਂਟ ਅਪਲਾਈ ਨਹੀਂ ਹੋ ਪਾ ਰਿਹਾ, ਉਸ ਤਰ੍ਹਾਂ ਦੀ ਐਂਬੀਗੁਇਟੀ ਨੂੰ ਅਸੀਂ ਲੇਟੈਂਟ ਐਂਬੀਗੁਇਟੀ ਕਹਾਂਗੇ। तो ਸੈਕਸ਼ਨ 94 ਦੇ ਵਿੱਚ ਨਾ ਤਾਂ ਪੇਟੈਂਟ ਐਂਬੀਗੁਇਟੀ ਆ ਨਾ ਹੀ ਲੇਟੈਂਟ ਐਂਬੀਗੁਇਟੀ ਹੈਗੀ ਆ। तो अगर पेटेंट एम्बिग्युइटी भी नहीं हैगी, लेटेंट एम्बिग्युइटी भी नहीं हैगी, लैंग्वेज भी क्लीयर आ, एग्जिस्टिंग फैक्ट ਦੇ ਉੱਤੇ ਉਹ ਲੈਂਗੁਏਜ ਵੀ ਅਪਲਾਈ ਹੁੰਦੀ ਪਈ ਆ, ਤੈਨ ਕਿਸੇ ਤਰ੍ਹਾਂ ਦਾ ਐਵੀਡੈਂਸ ਨਹੀਂ ਦਿੱਤਾ ਜਾ ਸਕਦਾ ਜਿਹੜਾ ਕਿ ਉਸ ਚੀਜ਼ ਨੂੰ ਝਠਲਾ ਦੇਵੇ ਕਿ ਇਹ ਜਿਹੜੀ ਲੈਂਗੁਏਜ ਆ ਇਹਨਾਂ ਐਗਜ਼ਿਸਟਿੰਗ ਫੈਕਟ ਦੇ ਉੱਤੇ ਅਪਲਾਈ ਨਹੀਂ ਸੀ ਹੁੰਦੀ। ਆਓ ਜੀ ਇੱਕ ਵਾਰ ਸੈਕਸ਼ਨ 94 ਨੂੰ ਵਿਦ ਇਲਸਟ੍ਰੇਸ਼ਨ ਸਮਝਾਉਣ ਦੀ ਕੋਸ਼ਿਸ਼ ਕਰੀਏ। ਐਕਸਕਲੂਜਨ ਆਫ ਐਵੀਡੈਂਸ against application of document to existing facts when language used in a document is plain in itself। ਜਦੋਂ ਭਾਸ਼ਾ ਕਿਸੇ ਡਾਕੂਮੈਂਟ ਦੇ ਵਿੱਚ ਜੋ ਵਰਤੀ ਗਈ ਆ ਉਹ ਆਪਣੇ ਆਪ ਦੇ ਵਿੱਚ ਪਲੇਨ ਹੈਗੀ ਹੈ, ਕਲੀਅਰ ਹੈਗੀ ਹੈ, and when it applies accurately to the existing fact, ਤੇ ਜੇ ਉਸ ਭਾਸ਼ਾ ਨੂੰ ਐਗਜ਼ਿਸਟਿੰਗ ਫੈਕਟ ਦੇ ਉੱਤੇ ਅਪਲਾਈ ਕੀਤਾ ਜਾਵੇ ਤੇ ਉਹ ਅਪਲਾਈ ਵੀ ਹੁੰਦੀ ਪਈ ਆ। एविडेंस may not be given, उन्हां हालतां दे विच एविडेंस नहीं दिता जा सकता to show that it was not meant to apply to such existing fact। illustration देखो जी,
A sells to B, A ने B ਨੂੰ ਵੇਚਿਆ by deed, ਕੀ ਵੇਚਿਆ? My estate at Rampur containing 100 bigas। A ਨੇ B ਨੂੰ ਇੱਕ ਡੀਡ ਦੇ ਰਾਹੀਂ ਆਪਣੀ ਕੋਈ estate ਵੇਚੀ ਜੋ ਕਿ ਰਾਮਪੁਰ ਦੇ ਵਿੱਚ ਹੈਗੀ ਆ, ਤੋ ਜਿਹਦਾ ਸਾਈਜ਼ ਕਿੰਨਾ ਹੈਗਾ ਵਾ 100 ਬਿਗਾਸ ਦਾ। ਹੁਣ ਲੈਂਗੁਏਜ ਬੜੀ ਕਲੀਅਰ ਹੈਗੀ ਆ ਕਿ A ਦੀ ਕੋਈ ਸਟੇਟ ਹੈਗੀ ਆ ਜੋ ਕਿ ਰਾਮਪੁਰ ਦੇ ਵਿੱਚ 100 ਬਿਗਾ ਦੀ ਉੱਤੇ ਹੈਗੀ ਆ। ਹੁਣ ਆਓ ਜੀ, ਕੀ ਇਹ ਲੈਂਗੁਏਜ ਪ੍ਰੈਜ਼ੈਂਟ ਸਰਕਮਸਟੈਂਸਸ ਦੇ ਉੱਤੇ ਅਪਲਾਈ ਹੁੰਦੀ ਪਈ ਆ? ਆਨਸਰ ਅਗਲੇ ਲਾਈਨ ਦੇ ਵਿੱਚ ਦੱਸਿਆ ਹੋਇਆ ਕਿ A ਦਾ ਸੱਚਮੁੱਚ ਇੱਕ ਸਟੇਟ ਹੈਗੀ ਆ, A ਦੀ ਸੱਚਮੁੱਚ ਇੱਕ ਪ੍ਰਾਪਰਟੀ ਹੈਗੀ ਆ ਰਾਮਪੁਰ ਦੇ ਵਿੱਚ ਹੈਗੀ ਆ, ਜਿਹਦਾ ਸਾਈਜ਼ ਵੀ 100 ਬਿਗਾਸ ਦਾ ਹੈਗਾ ਵਾ। A has an estate at Rampur containing 100 ਬਿਗਾਸ। ਇਹਦਾ ਮਤਲਬ ਕੀ ਆ? ਇਸ ਡਾਕੂਮੈਂਟ ਦੀ ਜੋ ਲੈਂਗੁਏਜ ਆ ਉਹ ਆਪਣੀ ਆਪ ਦੇ ਵਿੱਚ ਪਲੇਨ ਹੈਗੀ ਆ, ਤੇ ਇਹ ਜੋ ਲੈਂਗੁਏਜ ਹੈਗੀ ਆ ਐਕੂਰੇਟਲੀ ਅਪਲਾਈ ਹੁੰਦੀ ਪਈ ਆ ਮੌਜੂਦਾ ਫੈਕਟ ਦੇ ਉੱਤੇ। ਹੁਣ ਜਦੋਂ ਇਦਾਂ ਦੀ ਗੱਲ ਆ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਫਿਰ ਐਵੀਡੈਂਸ ਮੇ ਨਾਟ ਬੀ ਗਿਵਨ ਆਫ ਦੋਜ਼ ਫੈਕਟਸ that the estate meant to be sold was one situated at a different place and of different size। ਤੇ ਕੱਲ ਅਗਰ ਕੋਈ ਪਲੇਂਟਿਵ ਜਾਂ ਡਿਫੈਂਡੈਂਟ ਇਹ ਗੱਲ ਦੀ ਐਵੀਡੈਂਸ ਦੇਣਾ ਚਾਹੁੰਦਾ ਹੈ ਕਿ ਨਹੀਂ ਜੀ, ਮਤਲਬ ਸਟੇਟ ਕੋਈ ਹੋਰ ਸੀ, ਉਹਦਾ ਸਾਈਜ਼ ਵੀ ਕੁਝ ਹੋਰ ਸੀ, ਇਹ ਤਾਂ ਗਲਤ ਚੀਜ਼ ਹੈਗੀ ਆ, ਨਹੀਂ, ਉੱਥੇ ਔਰਲ ਐਵੀਡੈਂਸ ਵਿਲ ਬੀ ਐਕਸਕਲੂਡਡ। तो सेक्शन नंबर 94 एक बार मैं दोबारा रिपीट करवा देना। एक्सक्लूजन ऑफ एविडेंस अगेंस्ट एप्लीकेशन ऑफ डॉक्यूमेंट टू एग्जिस्टिंग फैक्ट। When language used in a document is plain in itself and when it applies accurately to the existing facts, then evidence may not be given to show that it was not meant to apply to such facts। आओ जी illustration ਦੀ ਗੱਲ ਕਰਦੇ ਹਾਂ। A sells to B by deed my estate। A ਨੇ B ਨੂੰ sell ਕੀਤੀ by deed my estate at Rampur containing 100 bigas। A has an estate, A ਦੇ ਕੋਲ estate ਹੈਗੀ ਸੀ ਰਾਮਪੁਰ ਦੇ ਵਿੱਚ containing 100 bigas। एविडेंस may not be given of fact, तो उन्हें fact ਦਾ evidence नहीं ਦਿੱਤਾ ਜਾ ਸਕਦਾ that the estate meant to be sold was one situated at a different place and of different size। So this is something about section number 93 and section number 94। ਹੁਣ ਅਸੀਂ ਗੱਲ ਕਰਦੇ ਹਾਂ section number 95 ਦੇ ਬਾਰੇ। ਹੁਣ ਦੇਖੋ ਸੈਕਸ਼ਨ ਨੰਬਰ 95 ਦੇ ਹੈਡਿੰਗ ਤੋਂ ਹੀ ਪਤਾ ਲੱਗਦਾ ਏ ਕਿ ਇਹ ਲੇਟੈਂਟ ਐਂਬੀਗੁਇਟੀ ਦੇ ਬਾਰੇ ਡੀਲ ਕਰਦਾ ਪਿਆ ਹੈ। ਸੈਕਸ਼ਨ ਨੰਬਰ 95 ਡੀਲ ਕਰਦਾ ਏ ਲੇਟੈਂਟ ਐਂਬੀਗੁਇਟੀ ਦੇ ਬਾਰੇ। ਤੁਸੀਂ ਆਪਣੇ ਨੋਟਸ ਵਿੱਚ ਸਾਈਟ ਤੇ ਲਿਖਣਾ ਚਾਹੁੰਦੇ ਹੋ ਤੇ ਲਿਖ ਸਕਦੇ ਹੋ ਕਿ ਸੈਕਸ਼ਨ ਨੰਬਰ 95 ਕਿਹੜੇ ਤਰ੍ਹਾਂ ਦੀ ਐਂਬੀਗੁਇਟੀ ਦੇ ਨਾਲ ਡੀਲ ਕਰਦਾ ਏ? ਲੇਟੈਂਟ ਐਂਬੀਗੁਇਟੀ ਦੇ ਨਾਲ ਡੀਲ ਕਰਦਾ ਏ। तो ਸੈਕਸ਼ਨ 95 ਦੇ ਹੈਡਿੰਗ ਦੇ ਵਿੱਚ ਕੀ ਦੱਸਿਆ ਵੇ? ਐਵੀਡੈਂਸ ਐਸ ਟੂ ਡਾਕੂਮੈਂਟ, ਉਹਨਾਂ ਡਾਕੂਮੈਂਟ ਦਾ ਐਵੀਡੈਂਸ ਜੋ ਕਿ ਅਨਮੀਨਿੰਗ ਹੈਗੇ ਆ ਇਨ ਰੈਫਰੈਂਸ ਟੂ ਐਗਜ਼ਿਸਟਿੰਗ ਫੈਕਟ, ਜੋ ਕਿ ਐਗਜ਼ਿਸਟਿੰਗ ਫੈਕਟ ਦੇ ਰਿਗਾਰਡਿੰਗਲੀ ਅਨਮੀਨਿੰਗ ਹੈਗੇ ਆ, ਸੰਪੂਰਨ ਨਹੀਂ ਹੈਗੇ। तो ਕੀ ਲਿਖਿਆ ਜੀ? when language used in a document is plain in itself। ਜਦੋਂ ਅਸੀਂ ਲੈਂਗੁਏਜ ਪੜ੍ਹੀ ਡਾਕੂਮੈਂਟ ਦੀ ਉਹ ਤਾਂ ਆਪਣੇ ਆਪ ਦੇ ਵਿੱਚ ਪਲੇਨ ਹੈਗੀ ਆ, ਲੈਂਗੁਏਜ ਪੜ੍ਹਨ ਦੇ ਉੱਤੇ ਤਾਂ ਕੋਈ ਦਿੱਕਤ ਆਈ ਨਹੀਂ। ਮਤਲਬ देयर इज नॉट एनी पेटेंट एम्बिगुइटी, ਪਹਿਲੀ ਗੱਲ ਇਹਨਾਂ ਨੇ ਕਲੀਅਰ ਕਰ ਦਿੱਤੀ ਹੈ। ਬਟ ਇਹ ਜੋ ਲੈਂਗੁਏਜ ਹੈਗੀ ਆ ਅਨਮੀਨਿੰਗ ਆ ਇਨ ਰੈਫਰੈਂਸ ਟੂ ਦੀ ਐਗਜ਼ਿਸਟਿੰਗ ਫੈਕਟ, ਪਰ ਮੌਜੂਦਾ ਫੈਕਟ ਦੇ ਉੱਤੇ ਇਹ ਲੈਂਗੁਏਜ ਐਪਰੋਪ੍ਰੀਏਟਲੀ ਅਪਲਾਈ ਨਹੀਂ ਹੁੰਦੀ ਪਈ। ਇਹਦਾ ਮਤਲਬ देयर इज latent ambiguity, मतलब when the language is clear but is not applicable to the existing fact, तो ਇਹ ਕਿਹੜੀ ambiguity ਹੋਗੀ? latent ambiguity ਹੋਗੀ। ਹੁਣ ਇੱਥੇ latent ambiguity ਹੈਗੀ ਆ, तो latent ambiguity ਦਾ ਰੂਲ ਕੀ ਹੈਗਾ ਵਾ? latent ambiguity ਨੂੰ ਦੂਰ ਕਰਨ ਦੇ ਲਈ ਐਵੀਡੈਂਸ ਦਿੱਤਾ ਜਾ ਸਕਦਾ ਹੈ ਕਿ ਇਹ ਜੋ ਡਾਕੂਮੈਂਟ ਆ ਕਿਸ ਸੈਂਸ ਦੇ ਵਿੱਚ ਅਪਲਾਈ ਹੁੰਦਾ ਹੈ। then evidence may be given to show that it was used, a language ਵਰਤੀ ਗਈ ਆ in a peculiar sense, ਇੱਕ particular sense ਦੇ ਵਿੱਚ ਉਸ ਲੈਂਗੁਏਜ ਨੂੰ ਵਰਤਿਆ ਗਿਆ ਵਾ, ਉਸ ਦਾ ਐਵੀਡੈਂਸ ਦਿੱਤਾ ਜਾ ਸਕਦਾ ਹੈ। ਤੋਂ ਪਹਿਲਾਂ ਮੈਂ ਤੁਹਾਨੂੰ ਇਲਸਟ੍ਰੇਸ਼ਨ ਪੜ੍ਹਾ ਦਿੰਦਾ, ਫਿਰ ਦੁਬਾਰਾ ਸੈਕਸ਼ਨ ਨੰਬਰ 95 ਆਪਾਂ ਰਿਪੀਟ ਕਰਾਂਗੇ। A ਨੇ B ਨੂੰ ਇੱਕ ਡੀਡ ਦੇ ਰਾਹੀਂ, ਮਤਲਬ ਇੱਕ ਰਾਈਟਿੰਗ ਦੇ ਵਿੱਚ ਡੀਡ ਬਣਾਈ, ਉਹਨੇ ਕੀ ਵੇਚਿਆ? ਮਾਈ ਹਾਊਸ ਇਨ ਕੈਲਕਟਾ, ਕਿ ਮੇਰਾ ਘਰ ਕਲਕੱਤੇ ਦੇ ਵਿੱਚ ਆ, ਮੈਂ ਤੁਹਾਨੂੰ ਆਪਣਾ ਘਰ ਵੇਚਦਾ ਹਾਂ। ਠੀਕ ਹੈ ਜੀ। ਹੁਣ A ਹੈਡ ਨੋ ਹਾਊਸ ਇਨ ਕੈਲਕਟਾ, ਕਲਕੱਤੇ ਦੇ ਵਿੱਚ A ਦਾ ਹਾਊਸ ਨਹੀਂ ਹੈਗਾ,
ਬਟ ਬਾਅਦ ਵਿੱਚ ਜਦੋਂ ਪਤਾ ਕਿ ਹੁਣ ਦੇਖੋ ਮਾਈ ਹਾਊਸ ਇਨ ਕਲਕੱਤਾ, ਇਹਦਾ ਮਤਲਬ ਸੇਲ ਤਾਂ ਕਰਦਾ ਪਿਆ ਏ, ਇਹ ਸੇਲ ਕਰਦਾ ਪਿਆ ਏ, ਕਲਕੱਤੇ ਦੇ ਹਾਊਸ ਦੀ ਗੱਲ ਕਰਦਾ ਪਿਆ ਏ। ਤਾਂ ਕਲਕੱਤੇ ਦੇ ਨਾਲ ਇੱਕ ਹਾਵੜਾ ਵੀ ਹੈਗਾ ਵਾ, ਹਾਵੜਾ ਬ੍ਰਿਜ ਬਹੁਤ ਹੀ ਫੇਮਸ ਬ੍ਰਿਜ ਹੈਗਾ ਏ। ਬਟ ਇਟ ਅਪੀਅਰਸ ਡੈਟ ਹੀ ਹੈਡ ਏ ਹਾਊਸ ਐਟ ਹਾਵੜਾ, ਕਿ ਉਹਦਾ ਘਰ ਹਾਵੜਾ ਦੇ ਵਿੱਚ ਹੈਗਾ ਵਾ, ਜਿਹਦੇ ਉੱਤੇ ਆਫ ਵਿਚ ਬੀ ਹੈਡ ਬੀਨ ਇਨ ਪੋਜੀਸ਼ਨ ਸਿੰਸ ਦੀ ਐਗਜ਼ੀਕਿਊਸ਼ਨ ਆਫ ਦਾ ਡੀਡ। ਤੇ ਜਿੱਦਾਂ ਦੀ ਡੀਡ ਐਗਜ਼ੀਕਿਊਟ ਕੀਤੀ ਗਈ ਆ ਤੇ ਉਦੋਂ ਦਾ ਵੀ ਉਸ ਮਕਾਨ ਦੇ ਕਬਜ਼ੇ ਦੇ ਵਿੱਚ ਵੀ ਹੈਗਾ ਏ, ਜੋ ਕਿ ਹਾਵੜਾ ਦੇ ਵਿੱਚ ਹੈਗਾ ਏ। ਤਾਂ ਗੱਲ ਕੀ ਹੋਈ ਆ, ਗਲਤੀ ਦੇ ਨਾਲ ਹਾਵੜਾ ਦੀ ਜਗ੍ਹਾ ਦੇ ਉੱਤੇ ਕਲਕੱਤਾ ਲਿਖਿਆ ਗਿਆ। ਹੁਣ ਇਹ ਜਿਹੜੇ ਫੈਕਟ ਹੈਗੇ ਆ ਕਿ ਦੇਖੋ ਜੀ, ਬੀ ਏ ਦਾ ਇੱਕ ਘਰ ਹੈਗਾ ਹੀ ਹਾਵੜਾ ਦੇ ਵਿੱਚ, ਤੇ ਜਿੱਦਣ ਡੀਡ ਐਗਜ਼ੀਕਿਊਟ ਕੀਤੀ ਗਈ ਆ ਬੀ ਉਸ ਹਾਵੜਾ ਵਾਲੇ ਮਕਾਨ ਦੀ ਪੋਜੀਸ਼ਨ ਦੇ ਵਿੱਚ ਵੀ ਹੈਗਾ ਏ। ਤਾਂ ਐਵੀਡੈਂਸ ਦਿੱਤੀ ਜਾ ਸਕਦੀ ਹੈ ਇਹਨਾਂ ਫੈਕਟ ਦੀ, ਤਾਂ ਜੋ ਇਹ ਗੱਲ ਸ਼ੋ ਕੀਤੀ ਜਾ ਸਕੇ ਕਿ ਇਹ ਜੋ ਸੇਲ ਡੀਡ ਹੈਗੀ ਆ ਇਹ ਹਾਵੜਾ ਹਾਊਸ ਦੇ ਨਾਲ ਰਿਲੇਟਡ ਹੈ। These facts may be proved to show that the deed related to the house at Havda। मैं सेक्शन नंबर 95 दोबारा अप्लाई कर देना, बहुत ही इंपॉर्टेंट सेक्शन है 95 which is dealing with latent ambiguity। तो सेक्शन नंबर 95 ਦੇ ਵਿੱਚ ਕੀ ਕਿਹਾ ਹੈ, evidence as to document which is unmeaning in reference to the existing fact। तो ਕੀ ਲਿਖਿਆ ਹੈ, when language used in a document is plain in itself। ਜਦੋਂ ਜੋ ਲੈਂਗੁਏਜ ਡਾਕੂਮੈਂਟ ਦੇ ਵਿੱਚ ਵਰਤੀ ਗਈ ਆ ਉਹ ਪਲੇਨ ਹੈਗੀ ਆ ਆਪਣੇ ਆਪ ਦੇ ਵਿੱਚ, ਬਟ ਜੋ ਲੈਂਗੁਏਜ ਆ ਬਟ ਇਜ਼ ਅਨਮੀਨਿੰਗ ਇਨ ਰੈਫਰੈਂਸ ਟੂ ਐਗਜ਼ਿਸਟਿੰਗ ਫੈਕਟ, ਪਰ ਐਗਜ਼ਿਸਟਿੰਗ ਫੈਕਟ ਦੇ ਰੈਫਰੈਂਸ ਦੇ ਵਿੱਚ ਉਹ ਲੈਂਗੁਏਜ ਅਰਥਹੀਨ ਹੈਗੀ ਆ। ਦੈਨ ਐਵੀਡੈਂਸ ਮੇ ਬੀ ਗਿਵਨ, ਐਵੀਡੈਂਸ ਦਿੱਤਾ ਜਾ ਸਕਦਾ ਹੈ ਟੂ ਸ਼ੋ that it was used in a peculiar sense। ਇਲਸਟ੍ਰੇਸ਼ਨ ਕੀ ਕਹਿ ਰਹੀ ਹੈ, A sells to B, A ਨੇ B ਨੂੰ ਵੇਚਿਆ ਬਾਈ ਡੀਡ ਮਾਈ ਹਾਊਸ ਇਨ ਕੈਲਕਟਾ, ਕਿ ਮੇਰਾ ਘਰ ਕਲਕੱਤਾ ਦੇ ਵਿੱਚ ਮੈਂ ਤੁਹਾਨੂੰ ਵੇਚਦਾ ਪਿਆ, ਜਦ ਕਿ ਇਨ ਰਿਐਲਿਟੀ A ਦਾ ਕੋਈ ਘਰ ਕਲਕੱਤਾ ਦੇ ਵਿੱਚ ਨਹੀਂ ਹੈਗਾ ਸੀ, ਬਟ ਬਾਅਦ ਚ ਪਤਾ ਲੱਗਾ ਕਿ A ਦਾ ਘਰ ਹਾਵੜਾ ਦੇ ਵਿੱਚ ਹੈਗਾ ਏ। ਤੇ ਹਾਵੜਾ ਦੇ ਉਸ ਮਕਾਨ ਦੇ ਵਿੱਚ ਜਿੱਦਾਂ ਦੀ ਸੇਲ ਡੀਡ ਐਗਜ਼ੀਕਿਊਟ ਕੀਤੀ ਗਈ ਆ B ਉਸ ਮਕਾਨ ਦੇ ਕਬਜ਼ੇ ਦੇ ਵਿੱਚ ਵੀ ਹੈਗਾ ਏ। ਤਾਂ ਇਨ੍ਹਾਂ ਫੈਕਟਸ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ to prove, to show that the deed related to the house at Havda। So this is something about section number 95। ਹੁਣ ਗੱਲ ਕਰਦੇ ਹਾਂ section number 95 ਤੋਂ ਬਾਅਦ ਵਿੱਚ 96 ਦੇ ਬਾਰੇ। section number 96 ਕੀ ਕਹਿ ਰਿਹਾ ਹੈ, evidence as to the application of language which can apply to only one of several persons। तो की लिखा एक बार मैं पढ़ा दिना सीधा। when facts are such, ਜਦੋਂ facts ਇਸ ਤਰ੍ਹਾਂ ਦੇ ਹੈਗੇ ਆ that the language used might have been meant to apply to anyone, ਕਿਸੇ ਵੀ ਵਿਅਕਤੀ ਦੇ ਉੱਤੇ ਉਹ ਲੈਂਗੁਏਜ ਅਪਲਾਈ ਹੋ ਸਕਦੀ ਆ, and could not have been meant to apply to more than one, ਤੇ ਇੱਕ ਤੋਂ ਜ਼ਿਆਦਾ ਵਿਅਕਤੀਆਂ ਦੇ ਉੱਤੇ ਉਹ ਲੈਂਗੁਏਜ ਅਪਲਾਈ ਨਹੀਂ ਹੁੰਦੀ, ਸਿਰਫ ਇੱਕ ਵਿਅਕਤੀ ਦੇ ਉੱਤੇ ਲੈਂਗੁਏਜ ਅਪਲਾਈ ਹੋਊਗੀ। ਸੈਵਰਲ ਪਰਸਨਸ ਆ ਜਾਂ ਸੈਵਰਲ ਥਿੰਗਸ ਆ, ਤਾਂ ਉਹ ਲੈਂਗੁਏਜ ਉਹਨਾਂ ਦੇ ਉੱਤੇ ਅਪਲਾਈ ਹੋ ਸਕਦੀ, ਪਰ ਸਿਰਫ ਇੱਕ ਪਰਸਨ ਦੇ ਉੱਤੇ ਜਾਂ ਇੱਕ ਚੀਜ਼ ਦੇ ਉੱਤੇ ਹੀ ਉਹ ਲੈਂਗੁਏਜ ਅਪਲਾਈ ਹੋ ਸਕਦੀ ਆ। ਤਾਂ ਇਹਦਾ ਮਤਲਬ ਕੀ ਆ, ਜਦੋਂ ਲੈਂਗੁਏਜ ਤਾਂ ਕਲੀਅਰ ਆ ਬਟ ਇਹ ਨਹੀਂ ਪਤਾ ਲੱਗਦਾ ਪਿਆ ਕਿ ਕਿਹੜੇ ਵਿਅਕਤੀ ਦੇ ਉੱਤੇ ਜਾਂ ਕਿਹੜੀ ਚੀਜ਼ ਦੇ ਉੱਤੇ ਉਹ ਲੈਂਗੁਏਜ ਅਪਲਾਈ ਹੁੰਦੀ ਆ, ਤਾਂ ਇਸ ਤਰ੍ਹਾਂ ਦੀ ਐਂਬੀਗੁਇਟੀ ਨੂੰ ਵੀ ਅਸੀਂ ਕੀ ਕਵਾਂਗੇ, ਲੇਟੈਂਟ ਐਂਬੀਗੁਇਟੀ ਕਵਾਂਗੇ। ਕਹਿਣ ਦਾ ਮਤਲਬ ਵੈਨ ਦਾ ਲੈਂਗੁਏਜ ਆਫ ਦੀ ਡਾਕੂਮੈਂਟ ਇਜ਼ ਕਲੀਅਰ, ਬਟ ਜਿਹੜੀ ਐਪਲੀਕੇਸ਼ਨ ਆ ਉਹਦੀ ਉਹ ਸਿਰਫ ਤੇ ਸਿਰਫ ਕੁਝ ਵਿਅਕਤੀਆਂ ਦੇ ਉੱਤੇ ਜਾਂ ਕੁਝ ਚੀਜ਼ਾਂ ਦੇ ਉੱਤੇ ਹੀ ਉਹਦੀ ਐਪਲੀਕੇਸ਼ਨ ਹੋ ਸਕਦੀ ਆ, ਉਹ ਲੈਂਗੁਏਜ ਅਪਲਾਈ ਹੋ ਸਕਦੀ, ਸਾਰੀਆਂ ਚੀਜ਼ਾਂ ਦੇ ਉੱਤੇ ਜਾਂ ਸਾਰੇ ਵਿਅਕਤੀਆਂ ਦੇ ਉੱਤੇ ਉਹ ਲੈਂਗੁਏਜ ਅਪਲਾਈ ਨਹੀਂ ਹੋ ਸਕਦੀ। ਤਾਂ ਇਹਦਾ ਮਤਲਬ ਹੁਣ ਇਹ ਲੇਟੈਂਟ ਐਂਬੀਗੁਇਟੀ ਹੈਗੀ ਆ। ਤਾਂ ਲੇਟੈਂਟ ਐਂਬੀਗੁਇਟੀ ਨੂੰ ਖਤਮ ਕਰਨ ਦੇ ਲਈ ਐਵੀਡੈਂਸ ਦਿੱਤੀ ਜਾ ਸਕਦੀ ਆ ਕਿ ਇਹ ਜੋ ਲੈਂਗੁਏਜ ਆ ਉਹਨਾਂ ਵਿਅਕਤੀਆਂ ਦੇ ਵਿੱਚੋਂ ਕਿਹੜੇ ਵਿਅਕਤੀਆਂ ਦੇ ਉੱਤੇ ਤੇ ਉਹਨਾਂ ਚੀਜ਼ਾਂ ਦੇ ਵਿੱਚੋਂ ਕਿਹਨਾਂ ਚੀਜ਼ਾਂ ਦੇ ਉੱਤੇ ਅਪਲਾਈ ਹੁੰਦੀ ਪਈ ਹੈ। then evidence may be given of facts which show which of those persons or things it was intended to apply to। ਆਓ ਜੀ ਇਲਸਟ੍ਰੇਸ਼ਨ ਇੱਕ ਵਾਰ ਪੜ੍ਹ ਦਿੰਦੇ ਹਾਂ। ਇਲਸਟ੍ਰੇਸ਼ਨ ਦੇ ਵਿੱਚ ਕੀ ਲਿਖਿਆ ਹੈ, A agreed to sell to B for ₹1000 my white horse। A ਨੇ ਐਗਰੀ ਕੀਤਾ B ਦੇ ਨਾਲ ਕਿ ਮੈਂ 1000 ਰੁਪਏ ਦੇ ਵਿੱਚ ਆਪਣਾ ਚਿੱਟਾ ਘੋੜਾ ਤੁਹਾਨੂੰ ਵੇਚਣ ਦੇ ਲਈ ਤਿਆਰ ਹੈਗਾ ਵਾਂ। ਹੁਣ ਚਿੱਟਾ ਘੋੜਾ ਵੀ
ਮਤਲਬ ਲੈਂਗੁਏਜ ਕਲੀਅਰ ਆ ਕਿ ਇਹਦੇ ਕੋਲ ਕੋਈ ਚਿੱਟਾ ਘੋੜਾ ਵਾ, ਉਹ ਵੇਚਣ ਦੇ ਲਈ ਤਿਆਰ ਆ। ਕਿੰਨੇ ਰੁਪਏ ਦੇ ਵਿੱਚ ਤਿਆਰ ਆ? 1000 ਰੁਪਏ ਦੇ ਵਿੱਚ। ਅਮਾਊਂਟ ਦੇ ਉੱਤੇ ਵੀ ਕੋਈ ਦਿੱਕਤ ਨਹੀਂ ਹੈਗੀ। ਇਹ ਉਹਦਾ ਮਾਲਕ ਹੈ, ਇਹਦੇ ਉੱਤੇ ਵੀ ਕੋਈ ਦਿੱਕਤ ਨਹੀਂ ਹੈਗੀ। ਇਹ ਬੀ ਨੂੰ ਵੇਚਣਾ ਚਾਹੁੰਦਾ, ਇਹਦੇ ਉੱਤੇ ਵੀ ਦਿੱਕਤ ਨਹੀਂ ਹੈਗੀ। ਘੋੜਾ ਵੀ ਵਾਈਟ ਹੈਗਾ ਵਾ, ਇਹਦੇ ਉੱਤੇ ਵੀ ਕਲੀਅਰ ਮਤਲਬ ਕਿ ਕਲੀਅਰ ਹੈਗੀ ਇਹ ਗੱਲ। ਪਰ ਇਹਦੇ ਕੋਲ ਇੱਕ ਘੋੜਾ ਨਹੀਂ ਹੈਗਾ, ਇੱਕ ਤੋਂ ਜ਼ਿਆਦਾ ਘੋੜੇ ਹੈਗੇ ਆ। ਇਹ ਹੈਜ਼ 2 ਵਾਈਟ ਹੋਰਸਸ। तो इस तरह की एम्बिग्युटी ਨੂੰ ਅਸੀਂ ਕੀ ਕਵਾਂਗੇ? ਲੇਟੈਂਟ ਐਂਬੀਗੁਇਟੀ ਕਵਾਂਗੇ। तो इस ਲੇਟੈਂਟ ਐਂਬੀਗੁਇਟੀ ਨੂੰ ਖਤਮ ਕਰਨ ਦੇ ਲਈ ਐਵੀਡੈਂਸ ਦਿੱਤੀ ਜਾ ਸਕਦੀ ਆ ਉਹਨਾਂ ਫੈਕਟਸ ਦੀ ਜੋ ਕਿ ਸ਼ੋ ਕਰਨ ਕਿ ਉਹਨਾਂ ਦੋ ਘੋੜਿਆਂ ਦੇ ਵਿੱਚੋਂ ਕਿਹੜੇ ਘੋੜੇ ਨੂੰ A ਤੇ B ਨੇ ਵੇਚਣ ਦਾ ਜਾਂ ਖਰੀਦਣ ਦਾ ਸੌਦਾ ਕੀਤਾ ਸੀ। ਐਵੀਡੈਂਸ ਮੇ ਬੀ ਗਿਵਨ of fact which show that which of them was meant। ठीक है जी। सो दिस इज समथिंग अबाउट ए इलस्ट्रेशन। ਹੁਣ ਆਨੇ ਆਪਾਂ B ਇਲਸਟ੍ਰੇਸ਼ਨ ਦੇ ਉੱਤੇ। A ਐਗਰੀ ਟੂ ਅਕੰਪਨੀ B ਟੂ ਹੈਦਰਾਬਾਦ। A ਨੇ B ਦੇ ਨਾਲ ਸਮਝੌਤਾ ਕੀਤਾ ਕਿ ਮੈਂ ਤੇਰੇ ਨਾਲ ਭਰਾ ਹੈਦਰਾਬਾਦ ਚੱਲਾਂਗਾ। ਹੁਣ ਹੈਦਰਾਬਾਦ ਵੀ ਦੋ ਤਰ੍ਹਾਂ ਦਾ ਵਾ, ਇੱਕ ਹੈਦਰਾਬਾਦ ਡੈਕਨ ਦੇ ਵਿੱਚ ਹੈਗਾ ਵਾ ਤੇ ਦੂਸਰਾ ਹੈਦਰਾਬਾਦ ਇਨ ਸਿੰਧ ਹੈਗਾ ਵਾ। तो एविडेंस दिता जा सकता वा उन फैक्ट्स का जो कि शो करे वैदर इन हैदराबाद इन डेक्कन और हैदराबाद इन सिंध वाज मेंट। सो दिस इज समथिंग अबाउट सैक्शन नंबर 96। ਜਦੋਂ ਕਿਸੇ ਡਾਕੂਮੈਂਟ ਦੀ ਲੈਂਗੁਏਜ ਕਿਸੇ ਸਿਰਫ ਇੱਕ ਵਿਅਕਤੀ ਜਾਂ ਕਿਸੇ ਚੀਜ਼ਾਂ ਦੇ ਉੱਤੇ ਹੀ ਅਪਲਾਈ ਹੋ ਸਕਦੀ ਆ ਤਾਂ ਉਹਦੀ ਐਵੀਡੈਂਸ ਦਿੱਤੀ ਜਾ ਸਕਦੀ ਹੈ। तो ਸੈਕਸ਼ਨ ਨੰਬਰ 96 ਇੱਕ ਵਾਰ ਮੈਂ ਦੁਬਾਰਾ ਪੜ੍ਹ ਦਿੰਦਾ। ਐਵੀਡੈਂਸ ਐਸ ਟੂ ਐਪਲੀਕੇਸ਼ਨ ਆਫ ਲੈਂਗੁਏਜ ਵੈਨ which can apply to only one of several persons। when the fact are such, ਜਦੋਂ facts ਇਸ ਤਰ੍ਹਾਂ ਦੇ ਹੈਗੇ ਆ that the language used might have been meant to apply to anyone and could not have been meant to apply to more than one of several persons or things, then evidence may be given of facts which show which of those persons or things it was intended to apply। तो illustration ਅਸੀਂ ਦੋ ਪੜ੍ਹੀਆਂ। ਪਹਿਲੀ illustration ਦੇ ਵਿੱਚ ਆਪਾਂ ਪੜ੍ਹਿਆ ਕਿ A agree to sell to B for ₹1000 my white house। A has 2 white horses। ਇਹਦੇ ਕੋਲ ਦੋ ਘੋੜੇ ਹੈਗੇ ਆ ਜੋ ਕਿ ਚਿੱਟੇ ਰੰਗ ਦੇ ਆ। Evidence may be given of facts, ਉਹਨਾਂ ਫੈਕਟਸ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ ਜੋ ਕਿ ਸ਼ੋ ਕਰਨ which of them was meant, ਕਿਹੜੇ ਘੋੜੇ ਨੂੰ ਵੇਚਣ ਦਾ ਸੌਦਾ ਹੋਇਆ ਸੀ। ਨੰਬਰ B, A ਨੇ ਐਗਰੀ ਕੀਤਾ ਟੂ ਅਕੰਪਨੀ B ਟੂ ਹੈਦਰਾਬਾਦ। ਹੈਦਰਾਬਾਦ ਜਾਣ ਦਾ ਮਤਲਬ ਉਹਨੇ ਐਗਰੀਮੈਂਟ ਕੀਤਾ। तो एग्रीमेंट तो बाद ਵਿੱਚ एविडेंस ਦਿੱਤਾ ਜਾ ਸਕਦਾ ਹੈ। एविडेंस may be given of fact, ਉਹਨਾਂ ਫੈਕਟਸ ਦਾ एविडेंस ਦਿੱਤਾ ਜਾ ਸਕਦਾ ਹੈ ਜੋ ਕਿ ਸ਼ੋ ਕਰਨ whether Hyderabad in Deccan or Hyderabad in Sindh was meant। so this is something about section number 96। ਹੁਣ section number 96 ਤੋਂ ਬਾਅਦ ਵਿੱਚ section number 97 ਦੀ ਗੱਲ ਕਰੀਏ। ਹੁਣ section number 97 96 ਦੇ ਨਾਲ ਹੀ ਮੇਲ ਖਾਂਦਾ ਹੈਗਾ ਜੀ। ਹੁਣ ਜਦੋਂ ਮੰਨ ਲਓ ਡਾਕੂਮੈਂਟ ਦੀ ਲੈਂਗੁਏਜ ਕਲੀਅਰ ਹੈਗੀ ਆ, ਡਾਕੂਮੈਂਟ ਦੀ ਲੈਂਗੁਏਜ ਕਲੀਅਰ ਹੈਗੀ ਆ, ਪਰ ਉਹ ਜੋ ਲੈਂਗੁਏਜ ਆ ਉਹਦੇ ਵਿੱਚ ਦੋ ਸੈੱਟ ਆਫ ਇਫੈਕਟ ਬਣ ਗਏ ਨੇ। ਦੋ ਸੈੱਟ ਆਫ ਇਫੈਕਟ ਬਣ ਗਏ ਨੇ ਤੇ ਜੋ ਲੈਂਗੁਏਜ ਆ ਕਿਸੇ ਇੱਕ ਸੈੱਟ ਆਫ ਇਫੈਕਟ ਦੇ ਉੱਤੇ ਸੰਪੂਰਨ ਤੌਰ ਦੇ ਉੱਤੇ ਅਪਲਾਈ ਨਹੀਂ ਹੁੰਦੀ। ਕਹਿਣ ਦਾ ਮਤਲਬ ਪਾਰਟਲੀ ਇੱਕ ਸੈੱਟ ਦੇ ਉੱਤੇ ਅਪਲਾਈ ਹੁੰਦੀ ਪਈ ਹੈ ਤੇ ਪਾਰਟਲੀ ਦੂਸਰੇ ਸੈੱਟ ਦੇ ਉੱਤੇ ਅਪਲਾਈ ਹੁੰਦੀ ਹੈ। तो उस टाइम के उत्ते एविडेंस दिता जा सकता है कि किहड़े सैट दे उत्ते ये लैंग्वेज अपलाई हुंदी पई है। मैं बेयर लैंग्वेज पढ़न तो पहला इलस्ट्रेशन पढ़ना जरूरी है, ज़्यादा समझदा वां। देखो A ने एग्री किया B दे नाल। A एग्री टू सेल टू B माई लैंड एट X विच इज इन दी ऑक्यूपेशन ऑफ Y। मैं अपनी जमीन जो कि X जगह के उत्ते सिचुएटेड आ ਉਹ ਤੁਹਾਨੂੰ ਵੇਚਣ ਦਾ ਵਚਨ ਕਰਦਾ ਵਾਂ, ਪਰ ਇਹ ਜੋ ਲੈਂਡ ਹੈਗੀ ਆ ਉਹ ਵਾਈ ਦੀ ਆਕੂਪੇਸ਼ਨ ਦੇ ਵਿੱਚ ਹੈਗੀ ਆ, ਵਾਈ ਦੇ ਕਬਜ਼ੇ ਦੇ ਵਿੱਚ ਹੈਗੀ ਆ। ਹੁਣ ਇੱਕ ਗੱਲ ਦੇਖੋ, ਇਹ ਸੈੱਟ ਆਫ ਫੈਕਟ ਕੀ ਹੋ ਗਿਆ ਕਿ ਏ ਦੀ ਇੱਕ ਲੈਂਡ ਹੈਗੀ ਆ ਜੋ ਕਿ ਐਕਸ ਜਗ੍ਹਾ ਦੇ ਉੱਤੇ ਹੈਗੀ ਆ ਤੇ ਜੋ ਕਿ ਵਾਈ ਦੀ ਆਕੂਪੇਸ਼ਨ ਦੇ ਵਿੱਚ ਹੈਗੀ ਆ। ਇਸ ਲੈਂਡ ਨੂੰ ਵੇਚਣ ਦਾ ਸੌਦਾ ਏ ਨੇ ਬੀ ਨਾਲ ਕੀਤਾ ਵਾ। ਹੁਣ ਜਦੋਂ ਇਸ ਲੈਂਗੁਏਜ ਨੂੰ ਅਸੀਂ ਪ੍ਰੈਕਟੀਕਲ ਫੈਕਟ ਦੇ ਉੱਤੇ ਅਪਲਾਈ ਕੀਤਾ तो प्रैक्टिकल फैक्ट ਦੇ ਉੱਤੇ ਅਪਲਾਈ ਕਰਨ ਤੋਂ ਬਾਅਦ ਵਿੱਚ ਪਤਾ ਲੱਗਾ ਕਿ x ਦੇ ਕੋਲ ਲੈਂਡ ਤਾਂ ਹੈਗੀ ਆ ਜੋ ਕਿ x ਜਗ੍ਹਾ ਦੇ ਉੱਤੇ ਵੀ ਹੈਗੀ ਆ ਬਟ ਨਾਟ ਇਨ ਦਾ ਆਕੂਪੇਸ਼ਨ ਆਫ y। ਇੱਕ ਤਾਂ ਉਹਦੇ ਕੋਲ ਜ਼ਮੀਨ ਆ x ਏਰੀਆ ਦੇ ਵਿੱਚ ਜੋ ਕਿ y ਦੀ ਆਕੂਪੇਸ਼ਨ ਦੇ ਵਿੱਚ ਨਹੀਂ ਹੈਗੀ, ਤੇ ਦੂਸਰੀ ਉਹਦੇ ਕੋਲ ਇੱਕ ਇਦਾਂ ਦੀ ਲੈਂਡ ਆ
ਜੋ ਕਿ ਵਾਈ ਦੀ ਆਕੂਪੇਸ਼ਨ ਦੇ ਵਿੱਚ ਆ ਪਰ ਐਕਸ ਜਗ੍ਹਾ ਦੇ ਉੱਤੇ ਨਹੀਂ ਹੈਗੀ। ਹੁਣ ਇਹਦਾ ਮਤਲਬ ਦੋ ਸੈੱਟ ਬਣ ਗਏ ਕਿ ਪਾਰਟਲੀ ਇਹ ਜਿਹੜੀ ਹੈ ਪਹਿਲੇ ਸੈੱਟ ਦੇ ਉੱਤੇ ਵੀ ਲੈਂਗੁਏਜ ਅਪਲਾਈ ਹੁੰਦੀ ਆ ਤੇ ਪਾਰਟਲੀ ਦੂਸਰੇ ਦੇ ਉੱਤੇ। ਜਦੋਂ ਅਸੀਂ ਇਹ ਗੱਲ ਕਰਦੇ ਆ ਇਹਦਾ ਮਤਲਬ ਜਾਂ ਤਾਂ ਕੋਈ ਲੈਂਡ ਇਦਾਂ ਦੀ ਹੋਊਗੀ ਜੋ ਐਕਸ ਜਗ੍ਹਾ ਦੇ ਉੱਤੇ ਹੈਗੀ ਆ ਬਟ ਉਹ ਵਾਈ ਦੇ ਕਬਜ਼ੇ ਦੇ ਵਿੱਚ ਨਹੀਂ ਹੋਊਗੀ, ਤੇ ਜਾਂ ਇੱਕ ਇਦਾਂ ਦੀ ਲੈਂਡ ਹੋਊਗੀ ਜੋ ਵਾਈ ਦੇ ਕਬਜ਼ੇ ਦੇ ਵਿੱਚ ਤਾਂ ਹੈਗੀ ਆ ਪਰ ਐਕਸ ਜਗ੍ਹਾ ਦੇ ਉੱਤੇ ਨਹੀਂ ਹੈਗੀ। तो इस समस्या ਨੂੰ ਖਤਮ ਕਰਨ ਦੇ ਲਈ ਬਿਕੋਜ਼ ਇਟ ਇਜ਼ ਦੀ ਲੇਟੈਂਟ ਐਂਬੀਗੁਇਟੀ ਇਨ ਅ ਡਾਕੂਮੈਂਟ, ਇਸ ਲੇਟੈਂਟ ਐਂਬੀਗੁਇਟੀ ਨੂੰ ਖਤਮ ਕਰਨ ਦੇ ਲਈ ਐਵੀਡੈਂਸ ਦਿੱਤੀ ਜਾ ਸਕਦੀ ਆ, ਉਹਨਾਂ ਤੱਥਾਂ ਦੀ ਉਹਨਾਂ ਫੈਕਟਸ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ ਜੋ ਕਿ ਇਹ ਸ਼ੋ ਕਰਨ ਕਿ ਕਿਸ ਜਗ੍ਹਾ ਦੀ ਲੈਂਡ ਨੂੰ ਵੇਚਣ ਦਾ ਸੌਦਾ ਏ ਨੇ ਬੀ ਨੂੰ ਕੀਤਾ ਵਾ, ਕਿ ਵੈਦਰ ਜੋ ਲੈਂਡ ਵਾਈ ਦੇ ਕਬਜ਼ੇ ਦੇ ਵਿੱਚ ਉਸ ਨੂੰ ਵੇਚਣ ਦਾ ਸੌਦਾ ਕੀਤਾ ਵਾ ਤੇ ਜਾਂ ਕਿਸੇ ਹੋਰ ਵਿਅਕਤੀ ਦੀ ਕਬਜ਼ੇ ਦੇ ਵਿੱਚ ਜਿਹੜੀ ਲੈਂਡ ਹੈਗੀ ਹੈ ਉਸ ਨੂੰ ਵੇਚਣ ਦਾ ਉਹਨੇ ਸੌਦਾ ਕੀਤਾ ਵਾ। तो एक बार सेक्शन नंबर 97 में पढ़ा देना। Evidence as to application of language to one of two set of fact to neither of which the whole correctly applies। की लिखा है जी, when the language used applies partly to one set of existing fact and partly to another set of existing fact but the whole of it does not apply correctly to either। पर पूरी दी पूरी लैंग्वेज एक सेट ऑफ फैक्ट ਦੇ ਉੱਤੇ ਅਪਲਾਈ ਨਹੀਂ ਹੁੰਦੀ। then evidence may be given to show to which of the two it was meant to apply, ਕਿ ਉਹਨਾਂ ਫੈਕਟ ਦੇ ਉਹਨਾਂ ਸੈਟਾਂ ਦੇ ਵਿੱਚੋਂ ਕਿੱਦਾਂ ਕਿੱਦਾਂ ਇਹ ਲੈਂਗੁਏਜ ਅਪਲਾਈ ਹੋਏਗੀ। तो ਇਲਸਟ੍ਰੇਸ਼ਨ ਮੈਂ ਆਲਰੇਡੀ ਤੁਹਾਨੂੰ ਪੜਾ ਚੁੱਕਾ, I will not make you bore। आओ जी ਸੈਕਸ਼ਨ ਨੰਬਰ 98 ਦੇ ਉੱਤੇ ਆਨੇ ਆ। तो ਸੈਕਸ਼ਨ ਨੰਬਰ 98 ਡੀਲ ਕਰਦਾ ਹੈ evidence as to meaning of illegible characters etc। illegible characters ਕੀ ਹੁੰਦੇ ਨੇ ਕਿ ਅਗਰ ਮੰਨ ਲਓ ਕੋਈ ਕਿਸੇ ਡਾਕੂਮੈਂਟ ਦੇ ਵਿੱਚ ਕੋਈ ਇਦਾਂ ਦੇ ਸ਼ਬਦ ਵਰਤੇ ਗਏ ਆ ਜਿਹੜੇ ਕਿ ਕਾਫੀ ਜ਼ਿਆਦਾ ਟੈਕਨੀਕਲ ਹੈਗੇ ਨੇ ਜਾਂ ਬਹੁਤ ਪੁਰਾਣੇ ਸਮੇਂ ਦੇ ਜਿਹੜੇ ਸ਼ਬਦ ਆ ਉਹ ਵਰਤੇ ਗਏ ਆ, ਤਾਂ ਕਈਆਂ ਦੀ ਡਰਾਫਟਿੰਗ ਸਕਿੱਲ ਇਦਾਂ ਦੀ ਹੁੰਦੀ ਆ ਕਿ ਲੈਂਗੁਏਜ ਥੋੜੀ ਜਿਹੀ ਔਖੀ ਕਰ ਦਿੰਦੇ ਆ। ਮੈਂ ਇੱਥੇ ਗੱਲ ਕਹਿਣ ਡਿਆ ਔਖੀ ਕਰ ਦਿੰਦੇ ਆ ਜੋ ਕਿ ਨਾਰਮਲ ਆਰਡੀਨਰੀ ਵਿਅਕਤੀਆਂ ਨੂੰ ਸਮਝ ਨਹੀਂ ਆਉਂਦੀ। ਤਾਂ ਉਹਨਾਂ ਲੈਂਗੁਏਜ ਨੂੰ ਕਲੀਅਰ ਕਰਨ ਦੇ ਲਈ ਐਕਸਪਰਟ ਦੀ ਐਵੀਡੈਂਸ ਦਿੱਤੀ ਜਾ ਸਕਦੀ ਆ ਕਿ ਇਹ ਇਸ ਲੈਂਗੁਏਜ ਦਾ ਮਤਲਬ ਕੀ ਹੈਗਾ ਹੈ। तो सेक्शन नंबर 98 एक बार पढ़ा देना। एविडेंस एज टू मीनिंग ऑफ इलेजिबल कैरेक्टर्स। एविडेंस में बी गिवन टू शो द मीनिंग ऑफ इलेजिबल और नॉट कॉमनली इंटेलिजिबल कैरेक्टर्स। तो ਜਿਹੜਾ ਕੋਈ ਇਲੈਜੀਬਲ ਸ਼ਬਦ ਹੈਗਾ ਏ ਤੇ ਜਿਹੜਾ ਕਾਮਨ ਇੰਟੈਲੀਜੀਬਲ ਕਰੈਕਟਰ ਨਹੀਂ ਹੈਗਾ ਤੇ ਉਹਨਾਂ ਦੇ मीनिंग ਨੂੰ ਸ਼ੋ ਕਰਨ ਦੇ ਲਈ ਐਵੀਡੈਂਸ ਦਿੱਤੀ ਜਾ ਸਕਦੀ ਹੈ ਆਫ ਫੋਰਨ obsolete technical local and provincial expression of abbreviations and of words used in a peculiar sense। illustration देखो जी, ਇਹ ਇੱਕ ਸਕਪਲਟਰ ਹੈਗਾ ਸੀ he agreed to sell to B all my mods, ਕਿ ਮੈਂ ਤੁਹਾਨੂੰ ਆਪਣੀਆਂ ਸਾਰੀਆਂ mods ਵੇਚਣ ਦਾ ਐਗਰੀਮੈਂਟ ਕਰਦਾ। ਇਹ has both models and modeling tools। ਹੁਣ mod ਤੋਂ ਤਾਂ ਮਾਡਲ ਵੀ ਆਂਦਾ ਵਾ ਤੇ ਮਾਡਲਿੰਗ ਟੂਲਸ ਵੀ ਆਂਦਾ ਵਾ। तो ਇਸ ਸਿਚੁਏਸ਼ਨ ਦੇ ਵਿੱਚ ਐਵੀਡੈਂਸ ਦਿੱਤਾ ਜਾ ਸਕਦਾ ਹੈ ਕਿ ਉਹ ਹੁਣ ਮਾਡਲਸ ਵੇਚਣਾ ਚਾਹੁੰਦਾ ਵਾ ਜਾਂ ਮਾਡਲਿੰਗ ਟੂਲਸ ਵੇਚਣਾ ਚਾਹੁੰਦਾ, क्योंकि these are some technical words ਤੇ technical words ਦੀ evidence ਕੌਣ ਦੇ ਸਕਦਾ, ਕੋਈ technical ਵਿਅਕਤੀ ਹੀ ਦੇ ਸਕਦਾ ਹੈ। so this is something about section number 98। ਹੁਣ ਅਸੀਂ ਗੱਲ ਕਰਦੇ ਹਾਂ section number 99 ਦੇ ਬਾਰੇ। तो section number 99 ਪੜਨ ਤੋਂ ਪਹਿਲਾਂ section number 92 ਨੂੰ ਥੋੜਾ ਜਿਹਾ ਯਾਦ ਕਰਨਾ ਬਹੁਤ ਜ਼ਰੂਰੀ ਹੈ। section number 92 ਦੇ ਵਿੱਚ ਆਪਾਂ ਇਹ ਗੱਲ ਪੜ੍ਹੀ ਸੀ ਕਿ ਮੰਨ ਲਓ ਅਗਰ ਕਿਸੇ ਡਾਕੂਮੈਂਟ ਦੇ ਵਿੱਚ ਕੋਈ ਸ਼ਬਦਾਵਲੀ ਵਰਤ ਦਿੱਤੀ ਗਈ ਹੈ। ਸੈਕਸ਼ਨ 92 ਦੇ ਵਿੱਚ ਕੀ ਕਿਹਾ ਗਿਆ ਸੀ ਕਿ ਜੋ ਪਾਰਟੀਜ਼ ਟੂ ਦੀ ਕੰਟਰੈਕਟ ਹੈਗੇ ਆ ਉਹ ਕੋਈ ਇਸ ਤਰ੍ਹਾਂ ਦਾ ਐਵੀਡੈਂਸ ਨਹੀਂ ਦੇ ਸਕਦੇ ਜਿਸ ਐਵੀਡੈਂਸ ਦੇ ਨਾਲ ਜੋ ਮੇਨ ਡਾਕੂਮੈਂਟ ਦੀਆਂ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਐਡੀਸ਼ਨ ਜਾਂ ਡਿਲੀਸ਼ਨ ਕੀਤੀ ਜਾਵੇ। ਪਾਰਟੀਜ਼ ਟੂ ਦੀ ਡਾਕੂਮੈਂਟ ਦੇ ਉੱਤੇ ਇਹ ਰੈਸਟ੍ਰਿਕਸ਼ਨ ਹੈਗੀ ਹੈ। ਬਟ ਇਫ ਅ ਪਰਸਨ ਇਜ਼ ਨਾਟ ਅ ਪਾਰਟੀ ਟੂ ਦੀ ਡਾਕੂਮੈਂਟ, ਅਗਰ ਕੋਈ ਵਿਅਕਤੀ ਉਸ ਡਾਕੂਮੈਂਟ ਦੀ ਪਾਰਟੀ ਨਹੀਂ ਹੁੰਦਾ ਤੇ ਉਸ ਟਾਈਮ ਦੇ ਉੱਤੇ ਸੈਕਸ਼ਨ ਨੰਬਰ 99 ਐਪਲੀਕੇਬਲ ਹੋਊਗਾ। ਤੋਂ ਸੈਕਸ਼ਨ ਨੰਬਰ 99 ਦੇ ਵਿੱਚ ਕੀ ਦੱਸਿਆ ਹੈ ਕਿ ਉਹ ਕਿਹੜੇ ਵਿਅਕਤੀ ਨੇ ਜਿਹੜੇ ਕਿ ਕਿਸੇ ਡਾਕੂਮੈਂਟ ਦੇ ਐਗਰੀਮੈਂਟ ਦੇ ਟਰਮਸ ਨੂੰ ਵੈਰੀ ਕਰਨ ਦੇ ਲਈ ਐਵੀਡੈਂਸ ਦੇ ਸਕਦੇ ਹੈ। ਹੂ ਮੇ ਗਿਵ ਐਵੀਡੈਂਸ ਆਫ ਐਗਰੀਮੈਂਟ ਵੈਰਿੰਗ ਟਰਮਸ ਆਫ ਡਾਕੂਮੈਂਟ। ਤੋਂ ਕੀ ਲਿਖਿਆ ਹੈ ਜੀ, ਪਰਸਨਸ ਹੂ ਆਰ ਨਾਟ ਪਾਰਟੀਜ਼ ਟੂ ਏ ਡਾਕੂਮੈਂਟ, ਉਹ ਵਿਅਕਤੀ ਜੋ ਕਿ ਡਾਕੂਮੈਂਟ ਦੀ ਪਾਰਟੀਜ਼ ਨਹੀਂ ਹੈਗੇ ਤੇ ਨਾ ਹੀ ਉਹਨਾਂ ਦੇ ਪਾਰਟੀਜ਼ ਦੇ ਰਿਪਰੈਜ਼ੈਂਟੇਟਿਵ ਇਨ ਇੰਟਰਸਟ ਹੈਗੇ।
दे मे गिव एविडेंस, क्योंकि उन्हों का तो कोई इंटरस्ट ही नहीं इस डॉक्यूमेंट दे विच हैगा। दे मे गिव एविडेंस ऑफ एनी फैक्ट, वो किसी इदा के फैक्ट की एविडेंस दे सकते हैं which is tending to show a contemporaneous agreement varying the terms of document। contemporaneous agreement ਦਾ ਮਤਲਬ ਕੀ ਆ? ਦੀ ਐਗਰੀਮੈਂਟ ਜੋ ਕਿ ਰਿਟਨ ਐਗਰੀਮੈਂਟ ਕਰਨ ਦੇ ਟਾਈਮ ਦੇ ਉੱਤੇ ਨਾਲ ਹੀ ਕਿਸੇ ਤਰ੍ਹਾਂ ਦਾ ਕੋਈ ਔਰਲ ਐਗਰੀਮੈਂਟ ਕੋਈ ਹੋ ਗਿਆ ਹੋਵੇ। ਔਰਲ ਐਗਰੀਮੈਂਟ ਵੀ ਹੋ ਸਕਦਾ, ਇਟ ਮੇ ਬੀ ਇਨ ਰਾਈਟਿੰਗ ਫਾਰਮ। तो कहने का मतलब आ कि मेन एग्रीमेंट के नाल रलदा मिलता कोई कंटैंपरेरीनियस एग्रीमेंट नूं शो करने के लिए कोई इस तरह का व्यक्ति जो कि डॉक्यूमेंट की पार्टी नहीं हैगा, ही कैन गिव दी एविडेंस। मैं एक बार सैक्शन नंबर 99 नूं दोबारा पढ़ा दिना। हु मे गिव एविडेंस ऑफ एग्रीमेंट वेरिंग टर्म्स ऑफ डॉक्यूमेंट। पर्सनस हु आर नॉट पार्टीज टू ए डॉक्यूमेंट, वो व्यक्ति जो कि डॉक्यूमेंट दी पार्टीज नहीं हैगी और रिप्रजेंटेटिव इन इंटरस्ट उन्होंने पार्टी से नहीं हैगी। may give evidence of any fact, ਉਹ ਕਿਸੇ ਇਦਾਂ ਦੇ ਫੈਕਟ ਦੀ ਐਵੀਡੈਂਸ ਦੇ ਸਕਦੇ ਆ which is tending to show a contemporaneous agreement varying the terms of document। ਆਓ ਜੀ ਇੱਕ ਇਲਸਟ੍ਰੇਸ਼ਨ ਦੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। A and B makes a contract in writing। A ਤੇ B ਨੇ ਇੱਕ ਕੰਟਰੈਕਟ ਕੀਤਾ ਰਾਈਟਿੰਗ ਦੇ ਵਿੱਚ that B shall sell a certain cotton to be paid for on delivery। ए ਤੇ बी ने एक कॉन्ट्रैक्ट किया राइटिंग ਦੇ ਵਿੱਚ ਕਿ B A ਨੂੰ ਕੁਝ ਕਾਟਨ ਵੇਚੇਗਾ ਜਿਸ ਨੂੰ ਡਿਲੀਵਰੀ ਦੇ ਟਾਈਮ ਦੇ ਉੱਤੇ ਪੇਮੈਂਟ ਕਰ ਦਿੱਤੀ ਜਾਊਗੀ। ਪਰ ਐਟ ਦ ਸੇਮ ਟਾਈਮ ਦੇ ਮੇ ਮੇਕ ਐਨ ਔਰਲ ਐਗਰੀਮੈਂਟ, ਇੱਕ ਔਰਲ ਐਗਰੀਮੈਂਟ ਵੀ ਕਰ ਸਕਦੇ ਹਾਂ ਜਿਹਨੂੰ ਆਪਾਂ ਕੰਟੈਂਪੋਰੇਰੀਅਸ ਐਗਰੀਮੈਂਟ ਇੱਥੇ ਕਵਾਂਗੇ। that 3 months credit shall be given to A। ਕਿ ਮੰਨ ਲਓ ਹੁਣ B A ਨੂੰ ਕੋਈ ਸਮਾਨ ਭੇਜਦਾ ਏ तो उस तो बाद 3 महीने का क्रेडिट टाइम दिता जाऊगा, ए दे कोलों पैसे मंगे नहीं जाऊगे। हुण अगर असी सैक्शन नंबर 92 की गल कर रही है, हुण हु आर दी पार्टीज टू दी केस? ए एंड बी, दे आर दी पार्टीज टू दी डॉक्यूमेंट। ये पार्टीज टू दी डॉक्यूमेंट कैन नॉट गिव एनी एविडेंस कि असी कोई औरल एग्रीमेंट भी किया है जिहदे विच मैनूं 3 महीने का क्रेडिट दिता है। ए ते बी दे विच कोई एविडेंस नहीं दे सकता, पर एक गल हैगी है सी एविडेंस दे सकता वा कि ए ने बी दे कोलों 3 महीने का टाइम ले लिया सी। दिस कुड नॉट बी शोन एज बिटवीन ए एंड बी बट इट माइट बी शोन बाय सी, क्योंकि इफ इट अफेक्टेड इज इंटरस्ट, अगर वो सी का भी कोई इंटरस्ट अफेक्ट करता पाया। तो सैक्शन नंबर 99 एक बार मैं रिपीट करवा देना। हु मे गिव एविडेंस ऑफ एग्रीमेंट वेरिंग द टर्म्स ऑफ डॉक्यूमेंट। पर्सनस हु आर नॉट पार्टीज टू ए डॉक्यूमेंट, वो व्यक्ति जो कि डॉक्यूमेंट दी पार्टीज नहीं है ही, ना ही डॉक्यूमेंट के रिप्रजेंटेटिव इन पार्टीज के रिप्रजेंटेटिव इन इंटरस्ट है ही। पार्टीज हु आर नॉट पार्टी पर्सनस हु आर नॉट पार्टीज टू ए डॉक्यूमेंट और दे रिप्रजेंटेटिव इन इंटरस्ट मे गिव एविडेंस ऑफ एन इफेक्ट टेंडिंग टू शो ए कंटेम्पोरेनियस एग्रीमेंट वेरिंग द टर्म्स ऑफ डॉक्यूमेंट। तो इलस्ट्रेशन ਇਹਦੇ ਵਿੱਚ ਆਪਾਂ ਪੜੀ A and B makes a contract in writing that B shall sell a certain cotton to be paid for on delivery। ठीक है ना, A ਤੇ B ਨੇ ਇੱਕ ਕੰਟਰੈਕਟ ਕੀਤਾ ਰਾਈਟਿੰਗ ਦੇ ਵਿੱਚ ਕਿ B ਕੁਝ ਕਾਟਨ A ਨੂੰ ਵੇਚੇਗਾ ਜਿਹਦੀ ਪੇਮੈਂਟ ਡਿਲੀਵਰੀ ਦੇ ਟਾਈਮ ਦੇ ਉੱਤੇ ਕੀਤੀ ਗਈ ਸੀ, ਪਰ ਉਸੇ ਟਾਈਮ ਦੇ ਉੱਤੇ ਸੇਮ ਟਾਈਮ ਦੇ ਉੱਤੇ ਉਹ ਉਹਨਾਂ ਨੇ ਇੱਕ ਔਰਲ ਐਗਰੀਮੈਂਟ ਕਰ ਦਿੱਤਾ ਕਿ 3 ਮਹੀਨੇ ਦਾ ਕ੍ਰੈਡਿਟ ਦਾ ਟਾਈਮ ਦਿੱਤਾ ਜਾਏਗਾ A ਨੂੰ, मतलब B 3 ਮਹੀਨੇ ਤੋਂ ਪਹਿਲਾਂ A ਦੇ ਕੋਲ ਪੈਸਾ ਨਹੀਂ ਮੰਗਿਆ ਜਾਊਗਾ। ਹੁਣ ਇਸ ਔਰਲ ਐਵੀਡੈਂਸ ਨੂੰ A ਤੇ B ਤੇ ਸਾਬਤ ਕਰ ਨਹੀਂ ਸਕਦੇ। This could not be shown as between A and B, but it might be shown by C if it affected his interest। So this is something about section number 99 of Indian Evidence Act 1872। ਹੁਣ ਗੱਲ ਕਰਦੇ ਹਾਂ ਸੈਕਸ਼ਨ ਨੰਬਰ 100 ਦੀ। ਸੈਕਸ਼ਨ ਨੰਬਰ 100 ਸਿਰਫ ਤੇ ਸਿਰਫ ਇੰਡੀਅਨ ਸਕਸੈਸ਼ਨ ਐਕਟ ਦੇ ਵਿੱਚ ਜੋ ਪ੍ਰੋਵੀਜ਼ਨਸ ਰਿਲੇਟਿੰਗ ਟੂ ਵਿਲ ਹੈਗਾ ਵਾ ਉਹਨਾਂ ਨੂੰ ਸੇਵ ਕਰਦਾ ਵਾ ਇਹਨਾਂ ਪ੍ਰੋਵੀਜ਼ਨਸ ਦੇ ਉੱਤੋਂ। तो ਕੀ ਲਿਖਿਆ ਜੀ? ਨਥਿੰਗ ਇਨ ਦਿਸ ਚੈਪਟਰ contained shall be taken to affect any of the provisions of Indian Succession Act 1865 as to the construction of will। ਕਹਿਣ ਦਾ ਮਤਲਬ ਇੱਕ ਵਿਲ ਕੀ ਹੈਗਾ, ਇੱਕ ਡਾਕੂਮੈਂਟ ਆ, ਤੇ ਜਦੋਂ ਵਿਲ ਨੂੰ ਪੜਿਆ ਜਾਏਗਾ ਉਹਨੂੰ ਪੜਨ ਦੇ ਟਾਈਮ ਦੇ ਉੱਤੇ ਇੰਡੀਅਨ ਸਕਸੈਸ਼ਨ ਐਕਟ 1865 ਦੀਆਂ ਪ੍ਰੋਵੀਜ਼ਨਸ ਅਪਲਾਈ ਹੋਣਗੀਆਂ, ਉੱਥੇ ਇੰਡੀਅਨ ਐਵੀਡੈਂਸ ਐਕਟ 1872 ਦੀਆਂ ਇਹ ਵਾਲੀਆਂ ਜੋ ਇਸ ਚੈਪਟਰ ਦੀਆਂ ਪ੍ਰੋਵੀਜ਼ਨਸ ਅਪਲਾਈ ਨਹੀਂ ਹੋਣਗੀਆਂ। ਇੰਨੀ ਹੀ ਗੱਲ ਦੱਸੀ ਆ। ਕਹਿਣ ਦਾ ਮਤਲਬ ਆ ਉੱਥੇ ਪੇਟੈਂਟ ਲੇਟੈਂਟ ਐਂਬੀਗੁਇਟੀ ਵਾਲੇ ਆ ਜੋ ਪ੍ਰੋਵੀਜ਼ਨਸ ਨੇ ਆਪਾਂ ਪੜ੍ਹੀਆਂ ਨੇ ਇਹ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚੋਂ ਨਹੀਂ ਪੜ੍ਹੀਆਂ ਜਾਊਗੀਆਂ। ਜੇ ਕਿਸੇ ਵਿਲ ਨੂੰ ਇੰਟਰਪ੍ਰੈਟ ਕਰਨਾ ਵਾ, ਕੰਸਟਰਕਟ ਕਰਨਾ ਵਾ, ਉਹਦੇ ਲਈ ਇੰਡੀਅਨ ਸਕਸੈਸ਼ਨ ਐਕਟ 1865 ਦੀਆਂ ਪ੍ਰੋਵੀਜ਼ਨਸ ਅਪਲਾਈ ਹੋਊਗੀਆਂ।
ਉਹਦੇ ਉੱਤੇ ਇੰਡੀਅਨ ਐਵੀਡੈਂਸ ਐਕਟ 1872 ਦੀਆਂ ਪ੍ਰੋਵੀਜ਼ਨਸ ਅਪਲਾਈ ਨਹੀਂ ਹੋਣਗੀਆਂ। तो एक बार मैं सेक्शन नंबर 100 पढ़ देना, सेविंग ऑफ प्रोविजंस ऑफ इंडियन सक्सेशन एक्ट रिलेटिंग टू विल्स। Nothing in this chapter contained shall be taken to affect any of the provisions of Indian Succession Act 1865 as to the construction of wills. So this is something about part number 2 of Indian Evidence Act 1872 and chapter number 6 of Indian Evidence Act 1872। तो इस तरीके ਦੇ ਨਾਲ ਅਸੀਂ 100 ਸੈਕਸ਼ਨ ਇੰਡੀਅਨ ਐਵੀਡੈਂਸ ਐਕਟ ਦੇ ਕੰਪਲੀਟ ਕਰ ਲਏ ਨੇ। ਥੈਂਕ ਯੂ ਵੈਰੀ ਮਚ।